ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਕਰਾਂਗੇ, ਪਾਤਸ਼ਾਹ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਭੁਗਤ ਗਿਆਨ ਕੀ ਹੁੰਦਾ ਹੈ? ਪਾਤਸ਼ਾਹ ਸਮਝਾਉਂਦੇ ਹੈ ਕਿ ਜਿਹੜਾ ਆਤਮਿਕ ਭੋਜਨ ਹੈ ਉਸ ਨੂੰ ਗੁਰਬਾਣੀ ਦੇ ਅੰਦਰ ਭੁਗਤ ਗਿਆਨ ਆਖਿਆ। ਭੁਗਤ ਹੁੰਦਾ ਭੋਜਨ। ਜਿਵੇਂ ਪੰਜਵੇਂ ਪਾਤਸ਼ਾਹ ਸੁਖਮਨੀ ਦੇ ਅੰਦਰ ਵੀ ਕਹਿੰਦੇ ਆ, ਬ੍ਰਹਮ ਗਿਆਨੀ ਕੈ ਭੋਜਨ ਗਿਆਨ। ਆਤਮ ਦਾ ਗਿਆਨ ਕਰਵਾਉਂਦੀ ਹੈ ਸਾਨੂੰ ਜੋ ਗੁਰਬਾਣੀ। ਲੰਗਰ ਹੁੰਦਾ ਗਿਆਨ ਦਾ। ਲੰਗਰ ਚੱਲੈ ਗੁਰ ਸ਼ਬਦ ਹਰ, ਟੋਟ ਨ ਆਵੈ ਖੱਟੀ। ਪਰ ਜਦੋਂ ਅਸੀਂ ਬੋਲ ਵਿਗਾੜ ਕਰ ਲਿਆ, ਤੇ ਜਿਵੇਂ ਪਾਤਸ਼ਾਹ ਗੁਰਬਾਣੀ ਦੇ ਅੰਦਰ ਆਖਿਆ, ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਹੇ ਮੇਰੇ ਮਨਾ, ਇਹ ਬੋਲ ਵਿਗਾੜ ਹੈ ਕਿ ਅਸੀਂ ਸਰੀਰ ਦੇ ਭੋਜਨ ਦਾ ਹੀ ਲੰਗਰ ਬਣਾ ਲਿਆ। ਪ੍ਰਸ਼ਾਦਾ ਛਕਣਾ ਇਤਿਆਦ ਹੋਰ ਵਸਤੂਆਂ ਛਕਣੀਆਂ ਹੀ ਲੰਗਰ ਸਮਝ ਲਿਆ, ਕਿਉਂਕਿ ਇਹ ਕੰਮ ਸੌਖਾ ਹੈ। ਜਿਹੜਾ ਅਸਲੀ ਲੰਗਰ ਹੈ ਉਹ ਬਹੁਤ ਔਖਾ ਹੈ। ਉਹ ਹਰ ਕੋਈ ਨਹੀਂ ਲਾ ਸਕਦਾ। ਉਹ ਉਹੀ ਲਾ ਸਕਦਾ ਜਿਹਦੇ ਕੋਲ ਉਹ ਵਸਤੂ ਹੈ। ਜਿਵੇਂ ਸੰਸਾਰੀ ਤੌਰ 'ਤੇ ਜਿਹਨੂੰ ਅਸੀਂ ਲੰਗਰ ਮੰਨਦੇ ਹਾਂ, ਪ੍ਰਸ਼ਾਦੇ ਦਾ, ਦਾਲ ਸਬਜ਼ੀਆਂ ਦਾ, ਫਲਾਂ ਫਰੂਟਾਂ ਦਾ, ਇਹ ਵੀ ਉਹੀ ਲਾ ਸਕਦਾ ਜਿਹਦੇ ਕੋਲ ਹੈ। ਇਸੇ ਤਰ੍ਹਾਂ ਹੀ ਜਿਹੜਾ ਅਸਲੀ ਲੰਗਰ ਹੈ ਉਹ ਵੀ ਉਹੀ ਲਾ ਸਕਦਾ ਜਿਸ ਕੋਲ ਉਹ ਹੈ। ਇਹਨੂੰ ਗੁਰਬਾਣੀ ਦੇ ਅੰਦਰ ਸੱਚਖੰਡ ਵੱਲੋਂ ਜਿਹਨੂੰ ਅਸੀਂ ਲੰਗਰ ਮੰਨਦੇ ਹਾਂ ਉਹਨੂੰ ਰਸੋਈ ਆਖਿਆ। ਘਰ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਉੱਥੇ ਸਪਸ਼ਟ ਪਾਤਸ਼ਾਹ ਨੇ ਬਚਨ ਲਿਖਿਆ ਰਸੋਈ, ਕਿਉਂਕਿ ਉਹ ਸਰੀਰ ਦੇ ਰਸ ਨੇ। ਇਹ ਆਤਮਕ ਰਸ ਹੈ। ਜੋਗੀ ਸਰੀਰ ਦੇ ਰਸਾਂ ਨੂੰ ਹੀ ਸਾਰਿਆਂ ਨੂੰ ਸ੍ਰੇਸ਼ਟ ਮੰਨਦਾ ਸੀ, ਤੇ ਉਹਨਾਂ ਹੀ ਰਸਾਂ ਤੋਂ ਟੁੱਟਦਾ ਸੀ ਤੇ ਉਹਨਾਂ ਰਸਾਂ ਦਾ ਹੀ ਪ੍ਰਚਾਰ ਕਰਦੇ ਸੀ। ਪਰ ਪਾਤਸ਼ਾਹ ਨੇ ਆ ਕੇ ਸੋਝੀ ਕਰਵਾਈ ਕਿ ਅਸਲ ਵਿੱਚ ਭੁਗਤ ਹੈ ਜਿਹੜੀ, ਉਹ ਗਿਆਨ ਦੀ ਹੋਣੀ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜਾ ਨਾਮ ਦਾ ਲੰਗਰ ਹੈ, ਗਿਆਨ ਦਾ ਲੰਗਰ ਹੈ, ਇਹ ਬੜਾ ਔਖਾ ਹੈ। ਔਖਾ ਕਿਉਂ ਹੈ? ਕਿਉਂਕਿ ਇਹਦੇ ਨਾਲ ਤਾਂ ਮਰਨ ਕਬੂਲ ਕਰਨਾ ਪੈਂਦਾ ਹੈ। ਆਖਣੇ ਔਖਾ ਸੱਚਾ ਨਾਮ। ਜਿਹੜਾ ਦੂਜਾ ਭੋਜਨ ਹੈ ਉਹਦੇ ਲਈ ਸਰੀਰ ਬਚਾਉਣਾ ਪੈਂਦਾ। ਗੁਰਬਾਣੀ ਵਿੱਚ ਗਿਆਨ ਰੂਪੀ ਭੋਜਨ ਦੱਸਿਆ। ਬਾਹਰੀ ਸਰੀਰਕ ਤੌਰ 'ਤੇ ਜੋ ਭੋਜਨ ਹੈ ਉਹ ਸਾਰੀ ਦੁਨੀਆ ਹੀ ਜਾਣਦੀ ਹੈ। ਸੰਸਾਰੀ ਭੋਜਨ ਲਈ ਗੁਰਬਾਣੀ ਦੇ ਅੰਦਰ ਬਚਨ ਹੈ ਕਿ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਭਾਵ ਸਾਰੀ ਸ੍ਰਿਸ਼ਟੀ ਤੇਰੀ ਰਸੋਈ ਹੈ। ਨਿਤ ਹੀ ਘਿਓ ਮੈਦਾ ਖਾਣ, ਭਾਵ ਕਿ ਹਰ ਇੱਕ ਜੀਵ ਨੂੰ ਸਰੀਰਕ ਭੋਜਨ ਮਿਲ ਰਿਹਾ ਤੇ ਤਾਕਤ ਦੇ ਰਿਹਾ। ਅਸੀਂ ਗਿਆਨ ਆਪਣੇ ਬਾਰੇ ਪ੍ਰਾਪਤ ਕਰਨਾ ਹੈ ਕਿ ਮਨ ਕੀ ਹੈ, ਚਿੰਤਾ ਕਿਉਂ ਹੈ, ਭਰਮ ਕਿਉਂ ਹੈ, ਇਹ ਚਿੰਤਾ ਖਤਮ ਕਿਉਂ ਨਹੀਂ ਹੋ ਰਹੀ। ਇੰਨੀ ਗੁਰਬਾਣੀ ਪੜ੍ਹਨ ਦੇ ਬਾਵਜੂਦ ਵੀ ਗੁਰਬਾਣੀ ਤੋਂ ਸਮਝਣਾ। ਜੇ ਸਰੀਰਕ ਤੌਰ 'ਤੇ ਇੰਨਾ ਭੋਜਨ ਖਾ ਕੇ ਵੀ ਬਿਮਾਰੀ ਲੱਗਦੀ ਹੈ, ਫਿਰ ਸਰੀਰ 'ਚ ਕੋਈ ਨਾ ਕੋਈ ਨੁਕਸ ਹੈ।
ਇਸੇ ਤਰ੍ਹਾਂ ਹੀ ਹੇ ਮੇਰੇ ਮਨਾ, ਇੰਨੀ ਗੁਰਬਾਣੀ ਪੜ੍ਹਨ ਦੇ ਬਾਵਜੂਦ ਵੀ ਜੇ ਮਨ ਨੂੰ ਤਾਕਤ ਨਹੀਂ ਮਿਲਦੀ, ਸ਼ੁੱਧ ਸੁਗਿਆਨ ਨਹੀਂ ਮਿਲ ਰਿਹਾ, ਇਹਦਾ ਮਤਲਬ ਮਨ 'ਚ ਕੋਈ ਨੁਕਸ ਹੈ। ਇਹ ਹੁਣ ਤੈਨੂੰ ਸਮਝਣਾ ਪਵੇਗਾ। ਸੋ ਪਾਤਸ਼ਾਹ ਕਹਿੰਦੇ ਭੁਗਤ ਗਿਆਨ, ਗਿਆਨ ਦਾ ਭੋਜਨ ਬਹੁਤ ਜ਼ਰੂਰੀ ਹੈ। ਪਰ ਸਾਡੇ ਅੱਜ ਤਾਂ ਗਿਆਨ ਤੋਂ ਅਲਰਜੀ ਹੈ। ਉਹ ਕਹਿੰਦੇ ਗਿਆਨ ਤਾਂ ਕੁਝ ਵੀ ਨਹੀਂ ਹੁੰਦਾ ਹੈ, ਇਹ ਤਾਂ ਖਰੜ ਗਿਆਨ ਹੈ ਜੀ, ਇਹਦੇ ਨਾਲ ਮਨ ਭਟਕ ਜਾਂਦਾ ਹੈ। ਜਦ ਕਿ ਗੁਰਬਾਣੀ ਬਾਰ-ਬਾਰ ਇਕੱਲੇ ਗਿਆਨ ਦੀ ਕਰ ਰਹੀ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ, ਜੇ ਭੁਗਤ ਗਿਆਨ ਜਿਹਦੇ ਕੋਲ ਹੈ, ਉਹਦੇ ਕੋਲ ਦਇਆ ਭੰਡਾਰਨ ਵੀ ਹੈ। ਇਹੀ ਗਿਆਨ ਅੱਗੇ ਦੇਣਾ ਵੀ ਹੈ, ਰੱਖਣਾ ਨਹੀਂ। ਦੇਣ ਦੀ ਇੱਛਾ ਹੈ, ਇਹੀ ਤਾਂ ਦਇਆ ਹੈ, ਇਹੀ ਤਾਂ ਤਰਸ ਹੈ, ਇਹੀ ਤਾਂ ਰਹਿਮਤ ਹੈ, ਇਹੀ ਤਾਂ ਬਖਸ਼ਿਸ਼ ਹੈ। ਇਹ ਇੱਕ ਐਸਾ ਧਨ ਹੈ, ਜਿੰਨਾ ਇਹਨੂੰ ਵੰਡੋਗੇ ਉਨਾ ਹੀ ਵੱਧ ਹੈ। ਮਾਇਆ ਇੱਕ ਐਸਾ ਧਨ ਹੈ, ਜਿੰਨਾ ਵੰਡੋਗੇ ਉਨੀ ਘਟਦੀ ਹੈ। ਇੱਕ ਨਾਮ ਧਨ ਹੈ, ਜਿਹੜਾ ਜਿੰਨਾ ਵੰਡਿਆ ਜਾਵੇ ਉਨਾ ਹੀ ਇਹਨੇ ਵਧੀ ਜਾਣਾ ਹੈ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨ ਆਵੇ ਵੱਧ ਹੋ ਜਾਈ, ਇਹ ਤਾਂ ਵੱਧ ਹੈ। ਰਤਨ ਲੁਕਾਇਆ ਲੁਕੇ ਨਾਹੀ, ਜੇ ਕੋ ਰੱਖੈ ਲੁਕਾਏ, ਤਾਂ ਲੁਕਦਾ ਵੀ ਨਹੀਂ। ਸੰਸਾਰੀ ਧਨ ਤਾਂ ਲੁਕਾਉਣਾ ਪੈਂਦਾ, ਨਾਮ ਧਨ ਲੁਕੋਇਆ ਨਹੀਂ ਲੁਕਦਾ, ਉਹ ਤਾਂ ਪ੍ਰਗਟ ਹੁੰਦਾ। ਹਰ ਕਾ ਭਗਤ ਪ੍ਰਗਟ ਨਹਿ ਛਪੈ, ਉਹ ਨਹੀਂ ਲੁਕ ਸਕਦਾ ਜਿਹਦੇ ਕੋਲ ਸੱਚ ਹੈ। ਲੁਕਦਾ ਉਹ ਹੁੰਦਾ ਜਿਹਦੇ ਕੋਲ ਝੂਠ ਹੈ। ਝੂਠ ਹੈ ਕਿ ਜੇ ਮੈਂ ਕੁਛ ਬੋਲਿਆ ਮੇਰਾ ਪਰਖਿਆ ਜਾਣਾ, ਮੇਰੀ ਬੇਇੱਜ਼ਤੀ ਹੋਵੇਗੀ, ਤਿਰਸਕਾਰ ਹੋਵੇਗਾ। ਸੋ ਦਇਆ ਭੰਡਾਰਨ ਬੜੀ ਵੱਡੀ ਅੰਦਰ ਦਇਆ ਹੈ। ਔਰ ਭੰਡਾਰ ਲਾਈ ਬੈਠਾ ਦਇਆ ਦਾ, ਸਭ ਤੇ ਤਰਸ ਖਾਂਦਾ ਹੈ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ, ਇਹ ਹੈ ਪੁੰਨ ਦਾਨ। ਕਿਸੇ ਨੂੰ ਸੱਚ ਦਾ ਮਾਰਗ ਦਿਖਾ ਦੇਣਾ, ਕਿਸੇ ਨੂੰ ਨਾਮ ਦਾ ਰੰਗ ਚਾੜ ਦੇਣਾ, ਕਿਸੇ ਨੂੰ ਨਾਮ ਦੀ ਸੋਝੀ ਕਰਵਾ ਦੇਣੀ, ਇਹ ਹੈ ਦਰਗਾਹ ਚੋਂ ਪ੍ਰਵਾਨਿਤ ਪੁੰਨ। ਅੱਗੇ ਦੇਣਾ ਗਿਆਨ, ਇਹ ਇੱਛਾ ਹੈ। ਦਇਆ ਹਮੇਸ਼ਾ ਹੀ ਜੀਵ ਤੇ ਹੁੰਦੀ ਹੈ। ਜੰਤ ਨੂੰ ਤਾਂ ਰੋਟੀ ਪਾਣੀ ਮਿਲਦਾ ਹੀ ਰਹਿੰਦਾ, ਉਹ ਵੀ ਪਰਮੇਸ਼ਰ ਵੱਲੋਂ ਦਿੱਤਾ ਜਾਂਦਾ ਹੈ। ਦਇਆ ਹਮੇਸ਼ਾ ਹੀ ਜੀ ਤੇ ਹੁੰਦੀ ਹੈ, ਤਰਸ ਹਮੇਸ਼ਾ ਹੀ ਜੀ ਤੇ ਕੀਤਾ ਜਾਂਦਾ ਹੈ। ਗੁਰਬਾਣੀ ਇਹ ਸੋਝੀ ਜਿੰਨੀ ਕੋਈ ਅੱਗੇ ਵੰਡਦਾ ਹੈ, ਉਨੀ ਵੱਧਦੀ ਚਲੇ ਜਾਂਦੀ ਹੈ। ਹਾਂ ਹੇ ਮੇਰੇ ਮਨਾ, ਇੱਕ ਗੱਲ ਦਾ ਤੂੰ ਖਿਆਲ ਰੱਖੀ, ਸੋਝੀ ਵੰਡੀ ਅੱਗੇ ਤਾਂ ਫਾਇਦਾ ਹੈ। ਕਿਉਂ? ਕਿਉਂਕਿ ਵਧਣੀ ਗਲਤੀ ਦਿੱਤੀ ਸੋਝੀ ਵੀ ਹੈ। ਇਹ ਨਾ ਹੋਵੇ ਵੀ ਕਿਸੇ ਨੂੰ ਸੋਝੀ ਉਹ ਗਲਤ ਦੇਈ ਚੱਲੀਏ। ਸੋ ਗਿਆਨ ਵੀ ਉਹੀ ਦੇਣਾ ਜਿਹੜਾ ਪ੍ਰਵਾਨਿਤ ਹੈ। ਜਿਹੜੀ ਚੀਜ਼ ਸੱਚਖੰਡ 'ਚ ਪ੍ਰਵਾਨ ਨਹੀਂ, ਉਹ ਕਿਸੇ ਨੂੰ ਦੇਣੀ ਵੀ ਨਹੀਂ। ਵਧਣੀ ਮਾਇਆ ਦੀ ਸੋਝੀ ਵੀ ਹੈ। ਜੇ ਕਿਸੇ ਨੂੰ ਗਲਤ ਸਿੱਖਿਆ ਦੇਣ ਲੱਗ ਜਾਈਏ ਤਾਂ ਫਿਰ ਸੁਭਾਅ ਬਣ ਜਾਂਦਾ, ਬੰਦਾ ਗਲਤ ਹੀ ਸਿੱਖਿਆ ਦੇਈ ਜਾਂਦਾ, ਉਹਨੂੰ ਇੰਝ ਲੱਗੀ ਜਾਂਦਾ ਮੈਂ ਸਹੀ ਸਿੱਖਿਆ ਦੇ ਰਿਹਾ। ਇਸੇ ਕਰਕੇ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਵਚਨ ਲਿਖਿਆ ਸੀ, ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਜਾਵੈ। ਪਹਿਲਾਂ ਸਵੈਮ ਆਪ ਸੋਝੀ ਲਈ ਗੁਰਬਾਣੀ ਤੋਂ। ਜੋ ਗੁਰਬਾਣੀ ਤੋਂ ਸੋਝੀ ਲੈਤੀ ਹੈ, ਉਹੀ ਸੋਝੀ ਗਾਹਾਂ ਬਖਸ਼ਣੀ ਹੈ। ਆਪਣੇ ਕੋਲੋਂ ਬਣਾ ਕੇ ਗੱਲ ਨਹੀਂ ਕਰਨੀ। ਜੇ ਤੂੰ ਆਪਣੇ ਕੋਲੋਂ ਗੱਲ ਬਣਾ ਕੇ ਕਰੇਗਾ, ਫਿਰ ਉਹ ਗੱਲ ਪਾਤਸ਼ਾਹ ਦੀ ਤੇਰੇ ਤੇ ਲਾਗੂ ਹੋ ਜਾਣੀ ਹੈ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀ ਐ ਸਿਰ ਗਾਵਾਰਾ ਗਾਵਾਰ। ਤਾਂ ਸੱਚਖੰਡ ਵਾਲਿਆਂ ਨੇ ਤੈਨੂੰ ਮੂਰਖਾਂ ਦਾ ਸਰਦਾਰ ਮੰਨਣਾ ਕਿ ਤੂੰ ਬੋਲ ਵਿਗਾੜ ਕੀਤਾ। ਜਿਹੜੀ ਗੱਲ ਅਸੀਂ ਨਹੀਂ ਕਹੀ, ਉਹ ਕਿਉਂ ਆਪਣੇ ਕੋਲੋਂ ਕਹੀ? ਉਹੀ ਗੱਲ ਆਖ ਜੋ ਗੁਰਬਾਣੀ ਕਹਿੰਦੀ ਹੈ। ਹੇ ਮੇਰੇ ਮਨਾ, ਇਹ ਬਹੁਤ ਬਰੀਕ ਮਾਰਗ ਹੈ। ਬੜੀ ਬਰੀਕੀ ਨਾਲ ਸ਼ਬਦ ਨੂੰ ਵਿਚਾਰਨਾ ਹੈ ਗੁਰਬਾਣੀ ਦੇ, ਫਿਰ ਉਹਨੂੰ ਵਿਚਾਰ ਕੇ ਆਪਣੇ ਤੇ ਲਾਗੂ ਕਰਨਾ ਹੈ। ਫਿਰ ਦੇਖਣਾ ਉਹਦਾ ਰਿਜ਼ਲਟ ਕੀ ਹੈ।
ਕਿ ਮੇਰੇ ਉੱਪਰ ਉਹਦਾ ਕੀ ਇਫੈਕਟ ਪੈਂਦਾ, ਚੰਗਾ ਪੈ ਰਿਹਾ ਜਾਂ ਮਾੜਾ ਪੈ ਰਿਹਾ। ਜੇ ਗੁਰਬਾਣੀ ਨਾਲ ਮੇਲ ਖਾਂਦਾ ਫਿਰ ਉਹ ਅੱਗੇ ਕਿਸੇ ਨਾਲ ਸਾਂਝ ਕਰਨੀ ਹੈ। ਜੇ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ ਫਿਰ ਗੁਰਬਾਣੀ 100 ਵੇਰ ਫਿਰ ਵਿਚਾਰ, ਬਾਰ ਪ੍ਰਭ ਜਪੀਏ, ਬਾਰ ਜਪਣਾ, ਬਾਰ ਸਮਝਣਾ ਗੁਰਬਾਣੀ ਤੋਂ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ, ਕਿਤੇ ਕੋਈ ਘਾਟ ਨਾ ਰਹਿ ਜਾਵੇ, ਕੋਈ ਥਾਂ ਕੱਚੀ ਨਾ ਰਹਿ ਜਾਵੇ। ਜਿੱਥੇ ਕੱਚ ਰਹਿ ਗਈ ਉੱਥੇ ਹੀ ਬਾਰ ਕਰ ਦੇਣਾ ਕਾਲ ਨੇ, ਉੱਥੇ ਹੀ ਉਂਗਲੀ ਉੱਠ ਖੜਨੀ ਹੈ, ਉੱਥੇ ਹੀ ਸਵਾਲ ਖੜਾ ਹੋ ਜਾਣਾ, ਫਿਰ ਉਹਦਾ ਜਵਾਬ ਨਹੀਂ ਆਉਣਾ। ਪਰ ਜੇ ਗੱਲ ਪੱਕੀ ਹੈ ਫਿਰ ਲੱਖਾਂ ਹੀ ਸਵਾਲ ਕਰਨ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਭਾਵੇਂ ਕੋਈ ਕਿਸੇ ਵੀ ਐਂਗਲ ਤੋਂ ਆ ਕੇ ਵਾਰ ਕਰੇ, ਸਵਾਲ ਕਰੇ, ਤਰਕ ਕਰੇ, ਤਾਂ ਗੁਰਮੁਖ ਜਵਾਬ ਦਿੰਦਾ, ਪ੍ਰਸੰਨ ਹੋ ਕੇ ਦਿੰਦਾ, ਖੁਸ਼ ਹੋ ਕੇ ਦਿੰਦਾ, ਕਿਉਂਕਿ ਉਹਦੇ ਕੋਲ ਸੱਚਾਈ ਹੈ, ਉਹਦੇ ਕੋਲ ਮਨ ਘੜਤ ਕੋਈ ਗੱਲ ਨਹੀਂ, ਸੁਣੀ ਸੁਣਾਈ ਸਾਖੀ ਨਹੀਂ ਹੈ, ਉਹਦੇ ਕੋਲ ਸੱਚੀ ਸਾਖੀ ਹੈ, ਸੱਚੀ ਗਵਾਹੀ ਹੈ, ਪਰਮੇਸ਼ਰ ਦੀ ਗਵਾਹੀ ਹੈ। ਸੁਣ ਸਾਖੀ ਮਨ ਜਪ ਪਿਆਰ। ਉਹ ਜਦੋਂ ਵੀ ਸਾਖੀ ਸੁਣਾਉਂਦਾ ਹੈ, ਭਾਵ ਕਿ ਗਵਾਹੀ ਦਿੰਦਾ ਹੈ, ਉਹਦੀ ਗਵਾਹੀ ਦੇ ਵਿੱਚ ਸੱਚ ਹੁੰਦਾ ਹੈ, ਝੂਠ ਨਹੀਂ ਹੁੰਦਾ, ਉਹਨੂੰ ਕੋਈ ਕੱਟ ਨਹੀਂ ਸਕਦਾ। ਸੋ ਹੇ ਮੇਰੇ ਮਨਾ, ਇੱਕ ਗੱਲ ਦਾ ਖਿਆਲ ਰੱਖੀ ਕਿ ਗੁਰਬਾਣੀ ਤੋਂ ਬਾਹਰ ਕੋਈ ਗੱਲ ਨਹੀਂ ਕਰਨੀ। ਸੋ ਘਟ ਘਟ ਵਾਜੈ ਨਾਦ। ਭਾਵ ਕਿ ਨਾਦ ਹੈ ਜਿਹੜਾ, ਹੁਕਮ ਹੈ, ਉਹ ਸਭ ਦੇ ਹਿਰਦੇ ਵਿੱਚ ਚੱਲ ਰਿਹਾ ਹੈ, ਤੈਨੂੰ ਸਹੀ ਤੇ ਸਪਸ਼ਟ ਸੁਣਾਈ ਦੇਵੇਗਾ। ਹਰ ਇੱਕ ਦੇ ਹਿਰਦੇ ਦੇ ਅੰਦਰ ਨਾਦ ਹੈ, ਚੱਲ ਰਹੀ ਹੈ, ਪਰ ਸੁਣਦਾ ਕਦੋਂ ਹੈ? ਜਦੋਂ ਭੁਗਤ ਗਿਆਨ ਦੀ ਹੋਵੇ, ਦਇਆ ਦੀ ਭੰਡਾਰਨ ਹੋਵੇ। ਉਹਨਾਂ ਚਿਰ ਸਪਸ਼ਟ ਸੁਣਾਈ ਨਹੀਂ ਦਿੰਦਾ, ਤੇ ਸਪਸ਼ਟ ਸੁਣਾਈ ਉਦੋਂ ਦੇਵੇਗਾ ਜਦੋਂ ਜੀ ਦੇ ਵਿੱਚ ਉਹ ਤਾਕਤ ਹੋਵੇਗੀ, ਉਹ ਗੁਣ ਹੋਣਗੇ। ਹੇ ਮੇਰੇ ਮਨਾ, ਇਹ ਆਸ ਰੱਖੀ ਹਿਰਦੇ ਦੇ ਅੰਦਰ ਵਸਾ ਕੇ ਕਿ ਜਾ ਜੁਗ ਮਹਿ ਇੱਕ ਕੋ ਆਇਆ। ਤੂੰ ਇੱਕ ਹੋਣ ਵਾਸਤੇ ਆਇਆ ਹੋਇਆ, ਉਹ ਨਿਰਾਕਾਰੀ ਸੋਝੀ ਪ੍ਰਾਪਤ ਕਰਨ ਵਾਸਤੇ ਆਇਆ ਹੋਇਆ, ਤੇ ਉਹ ਨਿਰਾਕਾਰੀ ਸੋਝੀ ਪ੍ਰਾਪਤੀ ਤਾਂ ਹੋਵੇਗੀ ਜੇ ਇੱਕ ਹੋਵੇਗਾ, ਇੱਕ ਹੋਏ ਤੋਂ ਬਿਨਾਂ ਪ੍ਰਾਪਤ ਨਹੀਂ ਹੋਣੀ। ਸੋ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਹਰ ਇੱਕ ਦੇ ਹਿਰਦੇ ਦੇ ਅੰਦਰ ਉਹ ਨਾਦ ਹੈ, ਉਹ ਸੁਣਨ ਵਾਸਤੇ ਆਇਆ ਹੋਇਆ। ਉਸ ਨਾਦ ਨੂੰ, ਉਸ ਬਾਣੀ ਨੂੰ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਵਿਰਥਾ ਜਨਮ ਪ੍ਰਾਣੀ। ਫਿਰ ਤਾਂ ਵਿਅਰਥ ਜਾ ਰਿਹਾ। ਆਪੀ ਨਾਥ ਨਾਥੀ ਸਭ ਜਾ ਕੀ, ਰਿੱਧੀ ਸਿੱਧੀ ਅਵਰਾ ਸਾਧ। ਉਹ ਨਾਦ ਬਾ ਹੁਕਮ ਆਪ ਹੀ ਨਾਥ ਹੈ, ਮਾਲਿਕ ਹੈ, ਸਭ ਨੂੰ ਨੱਥ ਪਾ ਕੇ ਰੱਖਣ ਵਾਲਾ ਹੈ, ਉਸੇ ਨੂੰ ਨਾਥ ਆਖਦੇ ਹਨ। ਜੋਗੀ ਵੀ ਆਪਣੇ ਆਪ ਨੂੰ ਨਾਥ ਕਹਾਉਂਦੇ ਸਨ, ਤਾਂ ਹੀ ਪਾਤਸ਼ਾਹ ਨੇ ਝੂਠੇ ਸਾਬਤ ਕੀਤੇ ਕਿ ਤੁਸੀਂ ਵੀ ਆਪਣੇ ਆਪ ਨੂੰ ਨਾਥ ਕਹਾਈ ਜਾਂਦੇ ਹੋ। 9 ਨਾਥ ਨੇ, 84 ਸਿੱਧ ਨੇ ਉਹਨਾਂ ਦੇ। ਪਾਤਸ਼ਾਹ ਕਹਿੰਦੇ ਤੁਹਾਨੂੰ ਅਸਲੀ ਨਾਥ ਦਾ ਪਤਾ ਹੀ ਨਹੀਂ, ਕਿਉਂਕਿ ਜੇ ਅਸਲੀ ਨਾਥ ਦਾ ਪਤਾ ਹੁੰਦਾ ਤਾਂ ਤੁਸੀਂ ਨਾ ਕਹੋਗੇ। ਅਸਲੀ ਨਾਥ ਹੈ ਹੁਕਮ। ਜਦੋਂ ਚਰਚਾ ਹੋਈ ਗੁਰੂ ਨਾਨਕ ਸਾਹਿਬ ਜੀ ਨਾਲ, ਫਿਰ ਉਹ ਸਿੱਧ ਚੁੱਪ ਹੋ ਗਏ। ਆਖਿਆ ਸੀ ਕਿ ਤੂੰ ਨਾਥ ਕਹਾਉਂਦਾ ਹੈ, ਕਿ ਸਾਰੀ ਸ੍ਰਿਸ਼ਟੀ ਤੇਰੇ ਹੱਥ ਵਿੱਚ ਹੈ। ਜੋਗੀ ਨਾਥ ਚੁੱਪ ਹੋ ਗਏ, ਕਿਉਂਕਿ ਨਾਥ ਹੁਕਮ ਹੈ। ਰਿੱਧ ਸਿੱਧ ਅਵਰਾ ਸਾਧ। ਹੁਣ ਅਸੀਂ ਨੂੰ ਪੜ੍ਹਦੇ ਰਿੱਧ ਸਿੱਧ ਹੀ ਆ ਵੈਸੇ ਤਾਂ, ਤੇ ਜੇ ਅਸੀਂ ਗੁਰਬਾਣੀ ਦੀ ਸੋਝੀ ਹਿੰਦੀ ਵਾਲੇ ਹਿਸਾਬ ਤੋਂ ਲਈਏ ਤਾਂ ਇਹ ਰਿੱਧੀ ਸਿੱਧੀ ਸ਼ਬਦ ਬਣਦਾ ਹੈ। ਛੋਟੀ ਈ ਦੀ ਮਾਤਰਾ, ਰਿੱਧੀ ਸਿੱਧੀ। ਕਿਉਂਕਿ ਜਿੰਨੀ ਵੀ ਗੁਰਬਾਣੀ ਲਿਖੀ ਗਈ ਹੈ
ਇਹ ਅੱਖਰ ਪੰਜਾਬੀ ਦੇ ਨੇ, ਪਰ ਇਹਦੀ ਜਿਹੜੀ ਟੋਨ ਹੈ, ਤਰਜ ਹੈ, ਉਹ ਸਾਰੀ ਹਿੰਦੀ ਦੇ ਨਾਲ ਹੈ, ਕਿਉਂਕਿ ਭਗਤ ਸਾਹਿਬਾਨਾਂ ਨੇ ਗੁਰਬਾਣੀ ਉਸ ਵੇਲੇ ਹਿੰਦੀ 'ਚ ਲਿਖੀ ਸੀ। ਉਸ ਵੇਲੇ ਪ੍ਰਭਾਵ ਵੀ ਉਸ ਭਾਸ਼ਾ ਦਾ ਸੀ। ਇਸੇ ਕਰਕੇ ਗੁਰਬਾਣੀ ਦੇ ਅੰਦਰ ਉਹੀ ਚੀਜ਼ ਲਿਖੀ ਗਈ ਹੈ। ਅਸੀਂ ਪੜ੍ਹਦੇ ਹਾਂ ਰਿੱਧ ਸਿੱਧ, ਹੁਣ ਸਿੱਧ ਤਾਂ ਫਿਰ ਸਿੱਧ ਹੋ ਜਾਂਦੇ ਆ, ਮਾਤਰਾ ਖਤਮ ਹੋ ਗਈ। ਜਦੋਂ ਅਸੀਂ ਪੜਾਂਗੇ ਰਿੱਧੀ ਸਿੱਧੀ ਅਵਰਾ ਸਾਧ, ਰਿੱਧੀ ਹੁੰਦੀ ਹੈ ਮਾਇਆ, ਸਿੱਧੀ ਹੁੰਦੀ ਹੈ ਸੋਝੀ, ਗਿਆਨ, ਮਾਇਆ ਦਾ ਗਿਆਨ। ਸਭ ਹੁਕਮ ਵਿੱਚ ਹੈ। ਰਿੱਧ ਸਿੱਧੀ ਵੀ ਉਸ ਹੁਕਮ ਨੇ ਹੀ ਪੈਦਾ ਕੀਤੀ ਹੈ, ਮਾਇਆ ਦਾ ਗਿਆਨ ਵੀ ਤਾਂ ਉਹਦੇ ਵਿੱਚੋਂ ਹੀ ਆਇਆ। ਜਦੋਂ ਗੁਰਬਾਣੀ 'ਚ ਸਿੱਧੀ ਇਕੱਲਾ ਸ਼ਬਦ ਆਉਂਦਾ, ਉਦੋਂ ਆਉਂਦਾ ਬ੍ਰਹਮ ਗਿਆਨ, ਕੱਲੀ ਸੋਝੀ, ਬੁੱਧ ਬਦਲੀ ਸਿੱਧੀ ਪਾਈ। ਬ੍ਰਹਮ ਗਿਆਨੀ ਪ੍ਰਤੀ ਆਉਂਦਾ ਹੈ। ਸੋ ਅਵਰਾ ਸਾਧ, ਇਹ ਜੋ ਮਾਇਆ ਦਾ ਗਿਆਨ ਹੈ, ਇਸ ਵਿੱਚ ਵੀ ਰਸ ਹੈ। ਕੌਣ ਵੱਡਾ? ਮਾਇਆ ਵਡਿਆਈ। ਪਰ ਸੱਚਖੰਡ ਚੋਂ ਨਾਲ ਹੀ ਹੁਕਮ ਆਇਆ, ਸੋ ਵੱਡਾ ਜਿਨੀ ਰਾਮ ਲਿਵ ਲਾਈ। ਇਸੇ ਨੂੰ ਗੁਰਬਾਣੀ 'ਚ ਅਵਰਾ ਸਾਧ ਆਖਿਆ। ਮਾਇਆ ਲਈ ਭੁੱਖ ਪੈਦਾ ਕਰਨੀ, ਮਾਇਆ ਲਈ ਅਰਦਾਸਾਂ ਕਰਨੀਆਂ, ਬੇਨਤੀਆਂ ਕਰਨੀਆਂ, ਤਰਲੇ ਕਰਨੇ, ਗੁਰਬਾਣੀ ਨੂੰ ਮਾਇਆ ਪ੍ਰਤੀ ਵਰਤਣਾ, ਪਾਤਸ਼ਾਹ ਕਹਿੰਦੇ ਅਵਰਾ ਸਾਧ ਹੈ। ਕਿਉਂਕਿ ਜੋਗੀ ਸੀ, ਜਿਹੜੇ ਨਾਥ ਸੀ, ਉਹ ਵੀ ਮੰਤਰਾਂ ਦਾ ਜਾਪ ਕਰਦੇ ਸੀ, ਪਰ ਉਹਨਾਂ ਮੰਤਰਾਂ 'ਚੋਂ ਪ੍ਰਾਪਤ ਕਰਨ ਵਾਸਤੇ ਆਖਦੇ ਕੀ ਸੀ ਕਿ ਤੁਹਾਨੂੰ ਆਹ ਮਿਲ ਜੂਗਾ, ਤੁਹਾਨੂੰ ਆਹ ਮਾਇਆ ਮਿਲ ਜੂ, ਤੁਹਾਨੂੰ ਹੀਰੇ ਮੋਤੀ ਮਿਲ ਜਾਣਗੇ, ਤੁਹਾਨੂੰ ਰਾਜ ਭਾਗ ਮਿਲ ਜੂ, ਤੁਹਾਨੂੰ ਧੀਆਂ ਪੁੱਤਰ ਮਿਲ ਜਾਣਗੇ, ਤੁਹਾਨੂੰ ਮਹਿਲ ਮਨਾਰੇ ਮਿਲ ਜਾਣਗੇ। ਇਹ ਤਾਂ ਫਿਰ ਸਾਰਾ ਕੁਛ ਹੀ ਮਾਇਆ। ਉਹਨਾਂ ਨੇ ਕਿਸੇ ਨੇ ਨਹੀਂ ਆਖਿਆ ਕਿ ਤੁਹਾਨੂੰ ਨਾਮ ਮਿਲੂਗਾ। ਇੱਕੋ ਇੱਕ ਗੁਰਬਾਣੀ ਹੈ ਜਾਂ ਬਵੇਦ ਹੈ ਜਿਹਦੇ 'ਚ ਨਾਮ ਦੀ ਜ਼ਿਆਦਾ ਵਡਿਆਈ ਹੈ। ਵੇਦਾਂ ਮਹਿ ਨਾਮ ਉੱਤਮ, ਸੋ ਸੁਣੇ ਨਾਹੀ ਫਿਰੇ ਜਿਉਂ ਵੇਤਾਲਿਆ। ਕਿਸੇ ਵੇਲੇ ਸਾਡੇ ਤੇ ਵੀ ਪੰਕਤੀ ਲਾਗੂ ਹੋ ਜਾਣੀ ਹੈ ਜਦੋਂ ਭਗਤ ਨੇ ਪ੍ਰਗਟ ਹੋਣਾ। ਗੁਰਬਾਣੀ ਮੈਂ ਨਾਮ ਉੱਤਮ, ਸੋ ਸੁਣੇ ਨਾਹੀ ਫਿਰੇ ਜਿਉਂ ਵੇਤਾਲਿਆ। ਕਿਉਂਕਿ ਅਸੀਂ ਅੱਜ ਗੁਰਬਾਣੀ ਸੁਣਦੇ ਪੜ੍ਹਦੇ ਹਾਂ, ਉਸ ਵੇਲੇ ਵੇਦ ਸੁਣਦੇ ਪੜ੍ਹਦੇ ਸੀ। ਇਹ ਅਵਰਾ ਸਾਧ ਹੈ। ਪਾਤਸ਼ਾਹ ਕਹਿੰਦੇ ਸਾਰਾ ਕੁਝ ਕਿਉਂ ਹੈ? ਕਿਉਂਕਿ ਇਹ ਰਸ ਖਾਂਦੇ ਪੀਂਦੇ ਸਾਰ ਹੀ ਕਸ ਬਣ ਜਾਂਦਾ ਹੈ। ਕਸ ਹੁੰਦਾ ਖਰਾਬ, ਗੰਦਾ, ਮੈਲਾ। ਸਾਡੇ ਪ੍ਰਚਾਰ ਵਿੱਚ ਵੀ ਇਹੀ ਹੈ ਕਿ ਜੀ ਫਲਾਣੇ ਸੰਤਾਂ ਕੋਲ ਬੜੀ ਰਿੱਧੀ ਸਿੱਧੀ ਹੈ। ਫਿਰ ਰਿੱਧੀ ਸਿੱਧੀ ਤਾਂ ਮਾਇਆ ਦੀ ਸੋਝੀ ਹੋਈ ਹੈ, ਸੱਚ ਤਾਂ ਹੈ ਨਹੀਂਗਾ। ਅਰੇ ਇਹ ਵੀ ਗੱਲ ਠੀਕ ਹੈ ਕਿ ਇਕੱਲੇ ਸੰਤਾਂ ਦੇ ਕੋਲ ਰਿੱਧੀ ਸਿੱਧੀ ਉਹ ਹੁੰਦੀ ਹੈ, ਹਰ ਕੇ ਸੰਤਾਂ ਕੋਲ ਸਿੱਧੀ ਹੁੰਦੀ ਹੈ। ਜਿਹੜੇ ਆਪੂ ਬਣੇ ਸੰਤ ਨੇ ਉਹਨਾਂ ਕੋਲ ਰਿੱਧੀ ਸਿੱਧੀ ਹੋਊਗੀ, ਕਿਉਂਕਿ ਉਹਨੇ ਮਾਇਆ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਨੇ ਵੀ ਇੱਥੇ ਆਹ ਇੱਛਾ ਪੂਰੀ ਹੋ ਜਾਂਦੀ, ਆਹ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ, ਲੋਕ ਉਹਨਾਂ ਨਾਲ ਖੁਸ਼ ਨੇ। ਪਰ ਜਿਹੜਾ ਹਰਕਾ ਸੰਤ ਹੈ ਉਹ ਆਖਦਾ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਬ ਆਓ ਹਮਾਰੇ ਪਾਸ। ਉਹ ਕਹਿੰਦਾ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਹ ਕਹਿੰਦਾ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕੈਸੀ ਖੇਡ ਹਰ ਕੇ ਸੰਤਾਂ ਦੀ। ਹਰ ਕੇ ਸੰਤ ਸਿਰ ਮੰਗਦੇ ਆ, ਮਰਨ ਕਬੂਲ ਕਰਾਉਂਦੇ ਆ। ਜਿਹੜੇ ਸੰਸਾਰੀ ਸੰਤ ਨੇ ਉਹ ਕਹਿੰਦੇ ਪੈਸੇ ਦਿਓ, ਜ਼ਮੀਨ ਦਿਓ, ਗੱਡੀਆਂ ਲੈ ਕੇ ਦਿਓ ਸਾਨੂੰ, ਅਲੀਸ਼ਾਨ ਮਹਿਲਾਂ ਵਰਗੇ ਡੇਰੇ ਬਣਾਓ। ਔਰ ਲੋਕਾਂ ਦੀ ਭੀੜ ਉਧਰ ਜ਼ਿਆਦਾ ਹੈ, ਕਿਉਂਕਿ ਲੋਕ ਮਾਇਆ ਦੇ ਕੇ ਹੀ ਮਾਇਆ ਮੰਗਦੇ। ਦੇ ਦੇ ਮੰਗੇ ਸਹਿਸਾ ਗੂਣਾ, ਸੋਭ ਕਰੇ ਸੰਸਾਰ। ਫਿਰ ਉਹ ਸੰਸਾਰ 'ਚ ਸੋਭਾ ਕਰਵਾਉਂਦੇ ਆ। ਇਹ ਅਵਰਾ ਸਾਧ ਹੈ। ਇਹਦੇ ਵਿੱਚ ਰਸ ਹੈ ਸੰਸਾਰੀ, ਇੱਕ ਨਿਰਾਕਾਰੀ ਰਸ ਹੈ। ਉਹ ਕਿਸੇ ਬਿਰਲੇ ਕੋਲ ਹੈ, ਉਹ ਹਰ ਕੇ ਸੰਤ ਕੋਲ ਹੈ, ਸੰਸਾਰੀ ਕੋਲ ਨਹੀਂ ਹੈ।
ਸੰਸਾਰੀ ਸੰਤ ਕੋਲ ਜਾ ਕੇ ਜਦੋਂ ਤੁਸੀਂ ਕੋਈ ਗੁਰਬਾਣੀ ਤੇ ਸਵਾਲ ਕਰੋਗੇ ਤਾਂ ਉਹ ਤੁਹਾਡੇ ਤੇ ਇਤਰਾਜ਼ ਕਰਦੇ, ਜਾਂ ਉਹ ਇਹ ਕਹਿਣਗੇ ਨਹੀਂ ਸ਼ਰਧਾ ਰੱਖੀ ਦੀ ਹੈ, ਤਰਕ ਨਹੀਂ ਕਰੀਦੇ, ਸ਼ੰਕਾ ਨਹੀਂ ਕਰੀਦੀਆਂ, ਬਸ ਤੁਸੀਂ ਨਾਮ ਜਪੋ। ਹਰ ਕਾ ਸੰਤ ਹੈ ਜਿਹੜਾ ਉਹ ਇਹ ਗੱਲ ਆਖਦਾ ਕਿ ਭਾਈ ਨਾਮ ਲੈਣ ਵਾਸਤੇ ਆਏ ਹੋਏ, ਨਾਮ ਨੂੰ ਪ੍ਰਾਪਤ ਕਰਨ ਵਾਸਤੇ ਜੀਵਨ ਲੇਖੇ ਲਾਓ। ਸੰਸਾਰੀ ਸੰਤ ਕਹਿੰਦੇ ਆ ਨਾਮ ਜਪੋ, ਨਿਰਾਕਾਰੀ ਸੰਤ ਕਹਿੰਦਾ ਨਾਮ ਪ੍ਰਾਪਤ ਕਰੋ। ਫਰਕ ਹੈ। ਗੁਰਬਾਣੀ ਕਹਿੰਦੀ ਹੈ ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਵੀ ਮੈਨੂੰ ਨਾਮ ਦੇ। ਸੰਤੋਖੀਆ, ਹੁਣ ਮੈਂ ਛੱਡੀ ਹੈ ਮਾਇਆ। ਉਤਰੇ ਮਨ ਕੀ ਭੁੱਖ, ਹੁਣ ਮਨ ਦੀ ਭੁੱਖ ਉਤਾਰ। ਕੈਸੀ ਖੇਡ ਹੈ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਬਨ ਥੀਵੈ ਹਰਿਆ। ਨਾਨਕ ਜੀ ਤਾਂ ਕਹਿੰਦੇ ਨਾਮ ਮਿਲੇ ਤਾਂ ਜੀਵਨ ਹੈ। ਫਿਰ ਨਾਮ ਕੀ ਹੈ? ਆਖਣ ਔਖਾ ਸਾਚਾ ਨਾਮ। ਜਿਹੜਾ ਸੱਚ ਹੈ ਉਹੀ ਨਾਮ ਹੈ, ਉਹੀ ਹੁਕਮ ਹੈ। ਉਹ ਹਿਰਦੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ। ਉਸੇ ਨੂੰ ਹੀ ਸ਼ਬਦ ਆਖਿਆ, ਉਸੇ ਨੂੰ ਹੀ ਗੁਰੂ ਆਖਿਆ, ਉਸੇ ਨੂੰ ਹੀ ਤੁਰਕੀ ਬਾਣੀ ਆਖਿਆ। ਉਹ ਜਪਿਆ ਨਹੀਂ ਜਾਂਦਾ, ਜਪਿਆ ਨਾਮ ਦਾ ਗਿਆਨ ਜਾਂਦਾ ਹੈ। ਗੁਰਬਾਣੀ ਜਪੀ ਜਾਂਦੀ ਹੈ। ਬਾਰੰਬਾਰ ਬਾਰ ਪ੍ਰਭ ਜਪੀ ਹੈ। ਪ੍ਰਭੂ ਨੂੰ ਜਪਿਆ ਨਹੀਂ ਜਾ ਸਕਦਾ, ਪ੍ਰਭ ਜਪਿਆ ਜਾਂਦਾ। ਪ੍ਰਭ ਸਾਡਾ ਆਪਣਾ ਮੂਲ ਹੈ। ਅਸੀਂ ਆਪਣੇ ਆਪ ਦਾ ਗਿਆਨ ਲੈਣਾ। ਜਪਣਾ ਹੁੰਦਾ ਸਮਝਣਾ, ਆਪਣੇ ਆਪ ਨੂੰ ਸਮਝਣਾ, ਆਪਣੇ ਆਪ ਨੂੰ ਜਾਣਨਾ ਕਿ ਅਸੀਂ ਕੌਣ। ਤੂੰ ਕੌਣ ਰੇ, ਤੂੰ ਕੌਣ ਹੈ, ਇਹ ਜਾਣਨਾ। ਪਰ ਇਹ ਜਾਣਨ ਦੀ ਤਾਂ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂਕਿ ਗੁਰਬਾਣੀ ਤੋਂ ਸੋਝੀ ਨਹੀਂ ਪ੍ਰਾਪਤ ਕੀਤੀ। ਸੋ ਸੰਸਾਰੀ ਜਿਹੜੇ ਰਸ ਨੇ ਉਹ ਅਬਰਾ ਸਾਧ ਹੈ, ਤੇ ਸੰਸਾਰੀ ਜਿਹੜੇ ਸੰਤ ਨੇ ਉਹਨਾਂ ਕੋਲ ਅਬਰਾ ਸਾਧ ਹੀ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਅਸੀਂ ਡਰ ਜਾਂਦੇ ਹਾਂ। ਪਰ ਹੁਣ ਗੁਰਬਾਣੀ ਗੁਰ ਗਿਆਨ ਦੱਸਿਆ ਕਿ ਡਰਦਾ ਕਿਉਂ ਹੈ? ਤਾਂ ਰਿੱਧੀ ਸਿੱਧੀ ਭਾਵ ਮਾਇਆ ਇਕੱਠੀ ਕਰਨ ਦਾ ਤਰੀਕਾ ਹੈ। ਇਹ ਤਾਂ ਸਾਰੀ ਦੁਨੀਆ ਦੇ ਹੀ ਲੋਕ ਵਰਤਦੇ ਹਨ। ਹਾਂ, ਇਹਨਾਂ ਕੋਲ ਸਿੱਧੀ ਨਹੀਂ, ਸਿੱਧੀ ਵਾਲੇ ਤੋਂ ਡਰ ਨਹੀਂ ਲੱਗਦਾ। ਇਹ ਨਿਸ਼ਾਨੀ ਹੈ, ਜਿਹਦੇ ਕੋਲ ਸਿੱਧੀ ਹੈ ਉਹਦੇ ਤੋਂ ਕਦੇ ਕੋਈ ਡਰਦਾ ਨਹੀਂ, ਕਿਉਂਕਿ ਉਹ ਕਿਸੇ ਨੂੰ ਡਰਾਉਂਦਾ ਨਹੀਂ, ਸਗੋਂ ਪ੍ਰੇਮ ਪੈਦਾ ਹੁੰਦਾ ਹੈ। ਜੇ ਸਾਡੇ ਅੰਦਰ ਇੱਛਾ ਹੋਵੇ ਤਾਂ, ਨਹੀਂ ਤਾਂ ਅਸੀਂ ਅਸਲੀ ਸਿੱਧੀ ਵਾਲੇ ਕੋਲੋਂ ਵੀ ਮਾਇਆ ਦੀ ਇੱਛਾ ਰੱਖਦੇ ਹਾਂ। ਸਾਨੂੰ ਇਹ ਵੀ ਨਹੀਂ ਪਤਾ ਲੱਗਦਾ, ਕਿਉਂਕਿ ਇਹ ਤਾਂ ਪਤਾ ਹੁਣ ਤਾਂ ਲੱਗੂਗਾ ਵੀ ਇਹਦੇ ਕੋਲ ਸਿੱਧੀ ਹੈ ਜਾਂ ਰਿੱਧੀ ਸਿੱਧੀ ਹੈ, ਕਿ ਜੇ ਸਾਡੇ ਅੰਦਰ ਇੱਛਾ ਹੋਊਗੀ, ਅਸੀਂ ਚਾਹੁੰਦੇ ਹੋਵਾਂਗੇ ਕਿ ਸਾਨੂੰ ਸੱਚ ਚਾਹੀਦਾ, ਤਾਂ ਪਰਮੇਸ਼ਰ ਸਾਡੇ ਤੇ ਤਰਸ ਖਾਂਦਾ ਹੈ। ਉਹ ਇਸ ਸੰਸਾਰ ਦੇ ਅੰਦਰ ਜਿਹਦੇ ਹਿਰਦੇ ਸ਼ਬਦ ਗੁਰੂ ਪ੍ਰਗਟ ਹੁੰਦਾ ਉਹ ਮਿਲਾ ਵੀ ਦਿੰਦਾ ਹੈ। ਪਰ ਸਾਡੇ ਅੰਦਰ ਇੱਛਾ ਹੋਵੇ ਤਾਂ ਹੈ ਨਾ। ਜੇ ਹੁਣ ਸਾਡੇ ਅੰਦਰ ਤਾਂ ਇੱਛਾ ਮਾਇਆ ਦੀ ਹੈ, ਫਿਰ ਸਾਨੂੰ ਤਾਂ ਉਹੋ ਜਿਹਾ ਮਿਲੂਗਾ ਨਾ। ਦੂਜਾ ਕਿਵੇਂ ਮਿਲੇਗਾ? ਸੋ ਸਿੱਧੀ ਵਾਲੇ ਤੋਂ ਕਦੇ ਡਰ ਨਹੀਂ ਲੱਗਦਾ, ਭੈ ਨਹੀਂ ਲੱਗਦਾ, ਸਗੋਂ ਪ੍ਰੇਮ ਪੈਦਾ ਹੁੰਦਾ। ਪਰ ਸ਼ਰਤ ਹੈ ਸਾਡੇ ਅੰਦਰ ਵੀ ਇੱਛਾ ਹੋਵੇ, ਨਹੀਂ ਤਾਂ ਫਿਰ ਅਸੀਂ ਸਿੱਧੀ ਵਾਲੇ ਕੋਲੋਂ ਵੀ ਅਸੀਂ ਮਾਇਆ ਹੀ ਮੰਗ ਲਵਾਂਗੇ, ਭਾਵੇਂ ਉਹ ਰੋਕੀ ਜਾਵੇ, ਪਰ ਅਸੀਂ ਨਹੀਂ ਹਟਦੇ। ਹਾਂ, ਇਹ ਗੱਲ ਠੀਕ ਹੈ ਕਿ ਸਿੱਧੀ ਵਾਲੇ ਬਿਰਲੇ ਹੁੰਦੇ ਹੈਨ, ਵਿਰਲੇ ਨਹੀਂ ਕੜੇ। ਗੁਰਬਾਣੀ ਉਹਨਾਂ ਦੀ ਨਿਸ਼ਾਨੀ ਦੱਸਦੀ ਹੈ। ਸੁਖਮਨੀ ਦੇ ਵਿੱਚ ਸਾਰਾ ਵਿਸਥਾਰ ਲਿਖਿਆ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਆ ਨਿਸ਼ਾਨੀ ਮੁਖੀ ਮਨ ਹੀ ਸਾਚਾ, ਉਹਦੇ ਮਨ ਦੇ ਅੰਦਰ ਸੱਚ ਹੈ। ਮੁਖੀ ਸਾਚਾ,
ਉਹਦੇ ਮੁੱਖੋਂ ਵੀ ਸੱਚ ਹੀ ਨਿਕਲਦਾ। ਉਹ ਝੂਠ ਦੀ ਗੱਲ ਨਹੀਂ ਕਰਦਾ, ਉਹ ਮਾਇਆ ਦੀ ਗੱਲ ਨਹੀਂ ਕਰਦਾ, ਉਹ ਮਾਇਆ ਦੀਆਂ ਅਰਦਾਸਾਂ ਨਹੀਂ ਕਰਦਾ, ਮਾਇਆ ਦੀਆਂ ਮਨੋਕਾਮਨਾਵਾਂ ਦਾ ਪ੍ਰਚਾਰ ਨਹੀਂ ਕਰਦਾ। ਉਹ ਸੱਚ ਦੀ ਵਿਚਾਰ ਕਰਦਾ ਹੈ, ਮਾਇਆ ਤੋਂ ਤੋੜਦਾ ਹੈ, ਮਾਇਆ ਨੂੰ ਵਿਖਿਆ ਦੱਸਦਾ ਹੈ, ਮਾਇਆ ਤੋਂ ਉਲਟ ਪ੍ਰਚਾਰ ਕਰਦਾ ਹੈ। ਮਾਇਆ ਨੂੰ ਨਾਗਣੀ ਆਖਦਾ ਹੈ, ਮਾਇਆ ਨੂੰ ਸੱਪਣੀ ਆਖਦਾ ਹੈ। ਕਿੰਨਾ ਫਰਕ ਹੈ। ਅਵਰ ਨਾ ਪੇਖੈ ਇੱਕ ਸਬਿਦ ਕੋਈ, ਆ ਨਿਸ਼ਾਨੀ ਅਵਰ ਨਾ ਪੇਖੈ। ਉਹ ਕਿਸੇ ਦੇ ਅੰਦਰ ਵੀ ਇੱਕ ਸਬਿਨ ਕੋਏ, ਉਹਨੂੰ ਸਾਰਿਆਂ ਦੇ ਅੰਦਰ ਹੁਕਮ ਵਰਤਾ ਦਿੰਦਾ। ਇਸੇ ਕਰਕੇ ਉਹ ਬਾਰ-ਬਾਰ ਇਹ ਗੱਲ ਕਹਿੰਦਾ ਕਿ ਤੁਹਾਡੇ ਅੰਦਰ ਹੁਕਮ ਚੱਲਦਾ, ਤੁਹਾਨੂੰ ਭਰੋਸਾ ਨਹੀਂ ਹੁਕਮ ਦਾ। ਉਹ ਰੌਲਾ ਪਾਉਂਦਾ ਵੀ ਤੇਰੇ ਹਿਰਦੇ 'ਚ ਹੀਰਾ ਪਿਆ, ਤੂੰ ਲੋਕਾਂ ਤੋਂ ਭੀਖ ਮੰਗਦਾ ਫਿਰਦਾ। ਤੇਰੇ ਕੋਲ ਨਾਮ ਦਾ ਐਡਾ ਵੱਡਾ ਖਜ਼ਾਨਾ ਪਿਆ, ਤੂੰ ਖੁਦ ਮਾਲਕ ਹੈ, ਤੂੰ ਰਾਜਾ ਹੈ, ਤੇ ਤੂੰ ਭਿਖਾਰੀ ਹੈ। ਕੈਸੀ ਅਜੀਬ ਰਚਨਾ ਕਹਿੰਦੇ। ਤੂੰ ਆਪਣੇ ਆਪੇ ਨੂੰ ਜਾਣਦਾ ਕਿਉਂ ਨਹੀਂ? ਅਵਰ ਨਾ ਪੇਖੈ, ਇੱਕ ਸਬਿਨ ਕੋਏ। ਇਹ ਗੁਰਮੁਖ ਦੀ ਗੱਲ ਹੈ। ਉਹਨੂੰ ਸਾਰਿਆਂ ਦੇ ਅੰਦਰ ਹੁਕਮ ਨਜ਼ਰ ਆਉਂਦਾ। ਪਰ ਜਿਨ੍ਹਾਂ ਦੇ ਅੰਦਰ ਹੁਕਮ ਚੱਲਦਾ, ਉਹਨਾਂ ਨੂੰ ਹੁਕਮ ਨਜ਼ਰ ਨਹੀਂ ਆਉਂਦਾ। ਨਾਨਕ ਜੀ ਕਹਿੰਦੇ ਇਹ ਲੱਛਣ ਨੇ ਬ੍ਰਹਮ ਗਿਆਨੀ ਹੋਏ। ਜਿਹੜਾ ਬ੍ਰਹਮ ਦਾ ਗਿਆਨ ਜਿਹਨੇ ਪ੍ਰਾਪਤ ਕੀਤਾ ਹੈ, ਗਿਆਨੀ ਲਿਖਿਆ ਪਾਤਸ਼ਾਹ ਨੇ ਬਚਨ। ਅੱਜ ਤੱਕ ਕਹਿੰਦੇ ਆ ਵੀ ਗਿਆਨ ਦੀ ਕੋਈ ਲੋੜ ਹੀ ਨਹੀਂ, ਗਿਆਨ ਨਾਲ ਤਾਂ ਬੰਦਾ ਗੁੰਮਰਾਹ ਹੋ ਜਾਂਦਾ, ਗਿਆਨ ਨਾਲ ਜੀ ਐਂ ਹੋ ਜਾਂਦਾ, ਗਿਆਨ ਨਾਲ ਜੀ ਉਹ ਹੋ ਜਾਂਦਾ। ਗੁਰਬਾਣੀ ਬਾਰ-ਬਾਰ ਗੱਲ ਇਹ ਗਿਆਨ ਦੀ ਕਰੀ ਜਾਂਦੀ ਹੈ। ਇਹਦਾ ਮਤਲਬ ਫਿਰ ਉਹ ਗੁਰਬਾਣੀ ਤੋਂ ਉਲਟੀ ਗੱਲ ਕਰਦੇ ਆ। ਵੇਖ ਮਨਾ ਕੋਈ ਹੈ ਐਸਾ ਬਾਹਰ ਸਰੀਰ ਧਾਰੀ, ਐਸਾ ਗਿਆਨੀ ਜੋ ਬ੍ਰਹਮ ਦੀ ਸੋਝੀ ਰੱਖਦਾ ਹੋਵੇ, ਉਸ ਨੂੰ ਕਹਿੰਦੇ ਆ ਬ੍ਰਹਮ ਗਿਆਨੀ। ਜਿਹਨੂੰ ਬ੍ਰਹਮ ਬਾਰੇ ਪਤਾ ਹੈ ਕਿ ਬ੍ਰਹਮ ਕੀ ਚੀਜ਼ ਹੈ, ਬ੍ਰਹਮ ਦੇ ਕਿੰਨੇ ਹਿੱਸੇ ਨੇ, ਬ੍ਰਹਮ ਕਿਉਂ ਮਾਇਆ 'ਚ ਆਇਆ, ਮਾਇਆ 'ਚੋਂ ਬ੍ਰਹਮ ਬਾਹਰ ਕਿਵੇਂ ਜਾਂਦਾ, ਜਦੋਂ ਬਾਹਰ ਚਲੇ ਜਾਂਦਾ ਇਹਦੀ ਕੀ ਹਾਲਤ ਹੁੰਦੀ ਹੈ, ਜਦੋਂ ਬ੍ਰਹਮ ਮਾਇਆ 'ਚ ਹੁੰਦਾ ਇਹਦੀ ਕੀ ਹਾਲਤ ਹੈ। ਸਾਰੀ ਗੱਲ ਦੀ ਸੋਝੀ ਰੱਖਣ ਵਾਲਾ ਬ੍ਰਹਮ ਗਿਆਨੀ ਹੈ। ਉਹ ਇਹ ਗੱਲ ਆਖੂਗਾ ਕਿ ਆਪ ਨਾਥ ਨਾਥੀ ਸਭ ਜਾਕੀ। ਦੂਜਾ ਨਹੀਂ ਕਹਿ ਸਕਦਾ। ਦੂਜੇ ਤਾਂ ਆਪ ਕਹਿੰਦੇ ਆ ਵੀ ਸਾਡੇ ਕੋਲੋਂ ਦਾਤਾਂ ਲੈ ਜਾਓ, ਅਸੀਂ ਤੁਹਾਡੀਆਂ ਅਰਦਾਸਾਂ ਕਰਦੇ ਹਾਂ, ਅਸੀਂ ਤੁਹਾਡੀਆਂ ਬੇਨਤੀਆਂ ਕਰਦੇ ਹਾਂ, ਰੱਬ ਸੁਣਦਾ। ਉਹ ਕਹਿੰਦੇ ਸਾਡੇ ਕੋਲ ਕਰੋ। ਗੁਰਬਾਣੀ ਜਿਹੜੇ ਪੁਰਖਾਂ ਨੇ ਲਿਖੀ ਹੈ, ਉਹ ਕਹਿੰਦੇ ਰੱਬ ਤੁਹਾਡੇ ਹਿਰਦੇ 'ਚ ਬੈਠਾ, ਤੁਸੀਂ ਆਪ ਕਰੋ। ਕੈਸੀ ਖੇਡ। ਗੁਰਬਾਣੀ ਕਹਿੰਦੀ ਬਿਨ ਬੋਲਿਆਂ ਸਭ ਕੁਝ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਇਹ ਵੀ ਤਾਂ ਹੁਣ ਗੁਰਬਾਣੀ 'ਚ ਬਚਨ ਹੈ। ਕਹਿੰਦੇ ਤੈਨੂੰ ਬਿਨਾਂ ਬੋਲੇ ਤੋਂ ਜਾਣਦਾ, ਭਾਵ ਕਿ ਤੇਰੇ ਅੰਦਰ ਜਿਹੜਾ ਵੀ ਫੁਰਨਾ ਉੱਠਦਾ, ਸੰਸਾਰ ਤਾਂ ਜਾਣੂ ਬੋਲੇ ਤੇ, ਜਦੋਂ ਤੂੰ ਮੁੱਖੋਂ ਕੁਛ ਬੋਲੇਗਾ, ਪਰ ਜਿਹੜਾ ਹਿਰਦੇ 'ਚ ਬੈਠਾ ਉਹ ਬਿਨਾਂ ਬੋਲੇ ਤੇ ਜਾਣਦਾ, ਕਿਉਂਕਿ ਉਹ ਫੁਰਨੇ ਨੂੰ ਵੀ ਜਾਣਦਾ ਤੇਰੇ ਅੰਦਰ ਫੁਰਨਾ ਕੀ ਉੱਠੇ। ਕਿਸ ਅੱਗੇ ਕੀਚੇ ਅਰਦਾਸ, ਕਹਿੰਦੇ ਕਿਹਦੇ ਅੱਗੇ ਅਰਦਾਸ ਕਰਦਾ। ਤੂੰ ਠਾਕਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਆਏ ਤੂੰ ਠਾਕਰ ਤੁਮ ਪਹਿ ਅਰਦਾਸ। ਜਦੋਂ ਪਤਾ ਲੱਗ ਗਿਆ, ਆਪਣੇ ਆਪੇ ਦੀ ਸੋਝੀ ਆ ਗਈ, ਫੇਰ ਪਤਾ ਲੱਗਿਆ ਵੀ ਤੂੰ ਹੀ ਤਾਂ ਠਾਕਰ ਹੈ। ਤੁਮ ਪਹਿ ਅਰਦਾਸ। ਅਰਦਾਸ ਦਾ ਭਾਵ ਹੁੰਦਾ ਆਤਮ ਸਮਰਪਣ, ਆਪਣੀ ਹੋਂਦ ਗਵਾਉਣੀ, ਆਪਣਾ ਆਪਾ ਗਵਾਉਣਾ। ਬਿਰਥੀ ਕਦੇ ਨਾ ਹੋਵੇ,
ਉਹ ਬਿਰਥਾ ਨਹੀਂ ਕਦੇ ਵੀ ਜਾਂਦਾ ਜਿਹਨੇ ਆਪਣਾ ਆਪਾ ਸਮਰਪਣ ਕੀਤਾ, ਜਿਹਨੇ ਆਪਣੇ ਆਪ ਨੂੰ ਸਰੈਂਡਰ ਕਰਤਾ, ਉਹਦਾ ਮਾਲਕ ਤਾਂ ਫਿਰ ਉਹੀ ਹੈ ਨਾ। ਜਨ ਕੀ ਅਰਦਾਸ, ਜਨ ਨੇ ਕੀ ਕੀਤਾ, ਜਨ ਕੀ ਭਗਤ ਨੇ ਕੀ ਕੀਤਾ, ਜਾਣਕਾਰੀ ਕੀ ਰਹੀ, ਅਰਦਾਸ ਕਰਤੀ ਉਹਨੇ, ਭਾਵ ਕਿ ਆਪਣਾ ਆਪਾ ਸਮਰਪਣ ਕਰਤਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਸਾਰਾ ਕੁਝ ਭੇਟਾ ਕਰਤਾ ਵੀ ਆ ਲਓ ਜੀ, ਪਿੱਛੇ ਕੀ ਰਹਿ ਗਿਆ। ਫਿਰ ਪਤਾ ਲੱਗਦਾ ਵੀ ਆਪੀ ਨਾਥ, ਨਾਥੀ ਸਭ ਜਾ ਕੀ, ਉਸ ਤੋਂ ਬਿਨਾਂ ਕੀ ਰਿੱਧੀ ਸਿੱਧੀ ਅਬਰਾ ਸਾਧ, ਬਾਕੀ ਸਭ ਝੂਠ ਹੈ, ਕੋਈ ਸਚਾਈ ਨਹੀਂ ਹੈ, ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ ਹੈ। ਹੇ ਮੇਰੇ ਮਨਾ, ਜਿਹੜੇ ਤੈਨੂੰ ਰਿੱਧੀ ਸਿੱਧੀ ਨਾਲ ਜੋੜਦੇ ਆ ਉਹਨਾਂ ਤੋਂ ਕਿਨਾਰਾ ਕਰ, ਜਿਹੜਾ ਤੈਨੂੰ ਸਿੱਧੀ ਨਾਲ ਜੋੜਦਾ, ਸੱਚ ਨਾਲ ਜੋੜਦਾ, ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਨ ਦੀ ਆਗਿਆ ਦਿੰਦਾ, ਉਹਦੇ ਤੇ ਬਾਰ-ਬਾਰ ਬਲਿਹਾਰ ਜਾ, ਉਹਦੇ ਕੋਲ ਬੈਠ, ਉਹਦੀ ਵਿਚਾਰ, ਉਹਦੇ ਨਾਲ ਵਿਚਾਰ ਕਰ, ਕੁਛ ਸੁਣ, ਕੁਛ ਸੁਣਾ, ਫਿਰ ਜੀਵਨ ਸਫਲ ਹੈ। ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰਕਿਰਪਾ ਦੁਆਰਾ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।